So next is physiological roles of abscisic acid. So we have done with the biosynthesis of abscisic acid. So abscisic acid ਦਾ ਆਪਾਂ ਜਿਹੜਾ major role ਸੀਗਾ we have done in the previous lectures, that is in case of transpiration. That means abscisic acid basically promotes a stomatal closing. ਠੀਕ ਹੈ, ਆਪਾਂ ਉੱਥੇ ਗੱਲ ਕੀਤੀ ਸੀਗੀ। ਠੀਕ ਹੈ, ਸੋ ਮੈਂ ਉਸ ਚੀਜ਼ ਨੂੰ ਐਕਸਪਲੇਨ ਕਰ ਚੁੱਕੀ ਹਾਂ, ਮੈਂ ਦੁਬਾਰਾ ਉਹਨੂੰ ਐਕਸਪਲੇਨ ਨਹੀਂ ਕਰੂੰਗੀ। ਆਪਾਂ ਉੱਥੇ ਪ੍ਰੋਪਰ ਪ੍ਰੋਸੀਜਰ ਜਿਹੜਾ ਸੀਗਾ ਜਾਂ ਕੀ ਮਕੈਨਿਜ਼ਮ ਹੈ ਆਪਾਂ ਸਾਰਾ ਪੜ੍ਹਿਆ ਵਾ। ਠੀਕ ਹੈ, ਸੋ ਉਹ ਮੇਜਰ ਇਹਦਾ ਫਿਜ਼ੀਓਲੋਜੀਕਲ ਰੋਲ ਹੈ, ਉਹ ਵੀ ਤੁਸੀਂ ਇਹਦੇ ਵਿੱਚ ਇਨਕਲੂਡ ਕਰੋਗੇ। ਮੈਨੇ ਜਸਟ ਇੱਥੇ ਇੱਕ ਸ਼ਾਰਟ ਕਹਿ ਲਓ ਕਿ ਟਰਮ ਲਿਖੀ ਹੈ, ਬਟ ਤੁਸੀਂ ਉਹ ਐਜ਼ ਇਹਦਾ ਮੇਜਰ ਰੋਲ ਜਿਹੜਾ ਹੈ ਉਹ ਕੰਸੀਡਰ ਕਰੋਗੇ। ਕਲੀਅਰ? ਸੋ ਦੈਟ ਇਜ਼ ਦ ਮੇਨ ਫਿਜ਼ੀਓਲੋਜੀਕਲ ਰੋਲ ਆਫ abscisic acid that will promote the stomatal closing. Clear? So next is abscisic acid level ਜਿਹੜਾ ਵਾ in case of seeds peak during the embryogenesis. So embryogenesis the timing ਵੇਲੇ ਕਹਿ ਲਓ ਕਿ ਜਿਹੜੀ abscisic acid level ਹੈ that varies in three basic phases of this embryogenesis. So ਜਦੋਂ ਕਹਿ ਲਓ ਕਿ embryo ਦੀ development ਵਗੈਰਾ ਜਿਹੜੀ take place ਹੁੰਦੀ ਹੈ ਜਾਂ seed development ਜਿਹੜੀ take place ਹੁੰਦੀ ਹੈ, so ਉਸ ਦੇ ਵਿੱਚ abscisic acid ਦਾ level ਜਿਹੜਾ that varies, that means from the starting point, that means from the initial or the younger stage, younger ਦੇ ਵਿੱਚ ਕਹਿ ਲਓ ਕਿ abscisic acid level low ਹੁੰਦਾ, then further ਥੋੜਾ increase ਹੁੰਦਾ, then further ਜਾ ਕੇ ਫਿਰ maturation level ਵੇਲੇ ਘਟ ਜਾਂਦਾ ਵਾ, like in that way. So it get fluctuated. ਠੀਕ ਹੈ, ਸੋ ਉਹ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਹੁਣ। ਸੋ ਇਸ ਦੇ ਵਿੱਚ ਕੀ ਹੈ ਕਿ ਜਿਹੜੀ ਆਪਣੇ ਕੋਲ ਸੀਡ ਡਿਵੈਲਪਮੈਂਟ ਆ ਉਹਨੂੰ ਆਪਾਂ 3 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਵਾ of equal duration ਦਾ। ਸੋ ਫਸਟ ਜਿਹੜਾ ਫੇਜ਼ ਹੈ during the first phase which is characterized by the cell division, ਇਹ ਤੁਹਾਨੇ ਪੜ੍ਹਿਆ ਵੀ ਹੈ ਕਿ ਸੈੱਲ ਡਿਵੀਜ਼ਨ ਦਾ ਫੇਜ਼ ਹੁੰਦਾ ਐਂਡ ਟਿਸ਼ੂ ਡਿਫਰੈਂਸੀਏਸ਼ਨ ਦਾ ਹੁੰਦਾ ਵਾ। ਸੋ ਜ਼ਾਈਗੋਟ ਅੰਡਰਗੋਜ਼ ਐਮਬਰੀਓਜੈਨੇਸਿਸ ਐਂਡ ਦ ਐਂਡੋਸਪਰਮ ਟਿਸ਼ੂ ਪ੍ਰੋਲੀਫਰੇਟਸ। ਠੀਕ ਹੈ, ਐਂਡ ਡਿਊਰਿੰਗ ਦ ਸੈਕਿੰਡ ਫੇਜ਼ ਵੇਲੇ ਕੀ ਹੈ ਜਿਹੜੇ ਸੈੱਲ ਡਿਵੀਜ਼ਨ ਹੈ ਸੀਜ਼ ਐਂਡ ਸਟੋਰੇਜ ਕੰਪਾਊਂਡਸ ਐਕਮੂਲੇਟ, ਕਿ ਫਸਟ ਵੇਲੇ ਜਸਟ ਸੈਲਸ ਡਿਵਾਈਡ ਔਨ ਕਰਦੇ, ਡਿਫਰੈਂਸ਼ੀਏਟ ਔਨ ਕਰਦੇ ਨੇਗੇ, ਪ੍ਰੋਲੀਫਰੇਸ਼ਨ ਹੁੰਦੀ ਹੈ। ਸੈਕਿੰਡ ਵੇਲੇ ਕੀ ਹੈ ਕੰਟੈਂਟ ਜਿਹੜਾ ਵਾ ਸਟੋਰੇਜ ਕੰਟੈਂਟ ਹੈ ਉਹ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਵਾ। ਇਨ ਦ ਫਾਈਨਲ ਫੇਜ਼ ਵੇਲੇ ਕੀ ਹੈ ਜਿਹੜਾ ਐਮਬਰੀਓ ਹੈ ਦੈਟ ਬਿਕਮਸ ਟੋਲਰੈਂਟ ਟੂ ਦੈਟ ਆਫ ਦਾ ਡੈਸੀਕੇਸ਼ਨ ਕੀ ਹੈ ਕਿ ਹਾਈਡਰੇਸ਼ਨ ਲੈਵਲ ਜਿਹੜਾ ਵਾ ਪਲਾਂਟਸ ਦੇ ਵਿੱਚ ਉਹਦਾ ਘਟ ਜਾਣਾ। ਠੀਕ ਹੈ, ਸੋ ਰਿਡਿਊਸ ਔਨ ਹੋ ਜਾਣਾ ਵਾਟਰ ਲੈਵਲ ਜਾਂ ਜਿਹੜਾ ਇੰਟਰਨਲ ਮੋਇਸਚਰ ਕੰਟੈਂਟ ਹੈ ਉਹ ਘਟ ਜਾਂਦਾ ਵਾ। ਠੀਕ ਹੈ, ਐਂਡ ਸੀਡ ਡੀਹਾਈਡਰੇਟਸ losing up to 90% of its water, so that is known as the desiccation. So as a consequence of dehydration, so metabolism comes to halt and seed enters into a quiescent state ਦੇ ਵਿੱਚ ਐਂਟਰ ਕਰ ਜਾਂਦਾ, ਜਿਹਨੂੰ ਆਪਾਂ ਕੀ ਕਹਿੰਦੇ ਹਾਂ ਰੈਸਟਿੰਗ ਸਟੇਟ। ਸੋ ਕੁਇਸੈਂਟ ਸਟੇਜ ਦੇ ਉੱਤੇ ਕਈ ਵਾਰ ਵੀ ਤੁਹਾਨੂੰ ਸ਼ਾਰਟ ਟਰਮ ਦੇ ਉੱਤੇ ਵੀ ਨੋਟ ਲਿਖਣਾ ਆ ਸਕਦਾ ਵਾ ਕੁਇਸੈਂਟ ਸਟੇਜ ਹੁੰਦੀ ਕੀ ਹੈ। So basically it is a resting stage in case of seed development. So quiescent stage will germinate upon the rehydration. So this is the normal thing which is going on, and these last two phases, second as well as the third phase, ठीक है, result in the production of viable seeds with adequate resources to support the germination and the capacity to wait up to the weeks from that of the years before resuming the growth. ठीक है, so abscisic acid content ਜਿਹੜਾ ਇਹਨਾਂ ਸੀਡਸ ਦੇ ਵਿੱਚ is very low early in embryogenesis, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵਾ ਕਿ embryogenesis ਦੀ ਸਟਾਰਟਿੰਗ ਵੇਲੇ ਕਹਿ ਲਓ ਕਿ abscisic acid ਦਾ ਕੰਟੈਂਟ ਜਿਹੜਾ ਵਾ ਲੋ ਹੁੰਦਾ ਵਾ, ਬਟ ਇਟ ਰੀਚਿਸ at a maximum when it reaches towards a halfway point, ਜਾਂ ਆਪਾਂ ਕਹਿ ਲਈਏ ਕਿ ਐਡਲਟ ਥੋੜ੍ਹੀ ਜਿਹੀ ਸਟੇਜ ਆ ਜਾਵੇ ਜਦੋਂ ਆਪਾਂ ਕਹਿੰਦੇ ਕਿ ਸੀਡ ਡਿਵੈਲਪਮੈਂਟ ਜਿਹੜੀ ਫੇਜ਼ ਹੈ। ਠੀਕ ਹੈ, ਸੋ ਉਸਦੇ ਕਹਿ ਲਓ ਕਿ ਮਿਡ ਪੁਆਇੰਟ ਦੇ ਵਿੱਚ ਕਹਿ ਲਓ ਕਿ ਐਬਸਿਸਿਕ ਐਸਿਡ ਦੀ ਕੰਸਨਟ੍ਰੇਸ਼ਨ ਜ਼ਿਆਦਾ ਹੁੰਦੀ ਹੈ। ਮੀਨਸ ਆਹ ਵਾਲੇ ਪੋਰਸ਼ਨ ਦੇ ਉੱਤੇ, ਆਹ ਵਾਲੇ ਫੇਜ਼ ਦੇ ਉੱਤੇ ਬੇਸਿਕਲੀ ਜਦੋਂ ਡੈਸੀਕੇਸ਼ਨ ਜਿਹੜੀ ਆ ਉਹ ਇੰਟਰੋਡਿਊਸ ਹੁੰਦੀ ਹੈ। ਸੋ ਡੈਸੀਕੇਸ਼ਨ ਜਿਹੜੀ ਹੈ ਦੈਟ ਇਜ਼ ਬੇਸਿਕਲੀ ਕੈਰੀਡ ਆਊਟ ਬਾਏ ਦਾ ਐਬਸਿਸਿਕ ਐਸਿਡ। ਉਹ ਆਪਾਂ ਕਰਾਂਗੇ ਕਿਵੇਂ ਹੈ, ਕਲੀਅਰ? ਸੋ ਇਹ ਚੀਜ਼ਾਂ ਜਿਹੜੀਆਂ ਐਬਸਿਸਿਕ ਐਸਿਡ ਇਸ ਫੇਜ਼ ਦੇ ਵਿੱਚ ਕਹਿ ਲਓ ਕਿ ਜ਼ਿਆਦਾ ਹੁੰਦੀ ਹੈ, ਬਟ ਜਿੱਦਾਂ ਹੀ ਮੈਚਿਓਰੇਸ਼ਨ ਲੈਵਲ ਆਉਂਦਾ ਨੀਅਰ ਟੂ ਦ ਜਰਮੀਨੇਸ਼ਨ ਪੁਆਇੰਟ ਦੇ ਉੱਤੇ, ਉੱਥੇ ਕੀ ਹੈ ਐਬਸਿਸਿਕ ਐਸਿਡ ਦੀ ਕੰਸਨਟ੍ਰੇਸ਼ਨ ਕੀ ਹੈ ਫਾਲ ਕਰ ਜਾਂਦੀ ਹੈ। ਠੀਕ ਹੈ, ਸੋ ਐਜ਼ ਦੈਟ ਆਫ ਦਾ ਸੀਡ ਮੈਚਿਓਰ। ਸੋ ਨੈਕਸਟ ਇਜ਼ ਹੁਣੀ ਜਿਹੜੀ ਆਪਾਂ ਗੱਲ ਕੀਤੀ ਹੈ ਐਬਸਿਸਿਕ ਐਸਿਡ ਦੈਟ ਪ੍ਰਮੋਟਸ ਦ ਡੈਸੀਕੇਸ਼ਨ ਟੋਲਰੈਂਸ ਇਨ ਕੇਸ ਆਫ ਐਮਬਰੀਓ। ਸੋ
ਇਸ ਦੇ ਵਿੱਚ ਕੀ ਹੈ ਡੈਸੀਕੇਸ਼ਨ ਟੋਲਰੈਂਸ ਕੀ ਹੈ ਜਿਹੜੀ ਟੋਲਰੈਂਸ ਹੈ ਉਹੀ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਸੀ ਕਿ ਜਿੱਥੇ ਹਾਈਡਰੇਸ਼ਨ ਲੈਵਲ ਜਿਹੜਾ ਵਾ ਘਟ ਜਾਵੇ ਠੀਕ ਹੈ ਹਾਈਡਰੇਸ਼ਨ ਲੈਵਲ ਘਟਣ ਦੇ ਨਾਲ ਕੀ ਹੈ ਡੈਸੀਕੇਸ਼ਨ ਜਿਹੜੀ ਹੈ ਇੰਟਰੋਡਿਊਸ ਹੁੰਦੀ ਹੈ ਸੋ that is occurring like during the mid to late stages of seed development ठीक है mid to late stages ਜਿਹੜੀਆਂ ਨੇਗੀਆਂ seed development ਦੀਆਂ there are specific mRNA's accumulation taking place in the embryo at the time of high level of abscisic acid ਜਿਹੜਾ ਇੰਟਰਨਲ ਐਪਸੀਸਿਕ ਐਸਿਡ ਦੇ ਜਦੋਂ ਹਾਇਰ ਕੰਸਨਟ੍ਰੇਸ਼ਨ ਹੁੰਦੀ ਹੈ ਫਰੋਮ ਮਿਡ ਟੂ ਦ ਲੇਟ ਸਟੇਜਸ ਆਫ ਦ ਸੀਡ ਡਿਵੈਲਪਮੈਂਟ there is a specific mRNA accumulation will be taking place and these mRNA encodes for the late embryogenesis abundant proteins LEA proteins भी किया जाता है और it is also known as late embryogenesis abundant proteins ठीक है that is involved in case of a desiccation tolerance so synthesis of these kind of proteins or related family members can be induced by the abscisic acid treatment either to the young embryos or the vegetative tissue so this will lead to the synthesis of most LEA proteins is under the control of abscisic acid okay? So that will promote the desiccation tolerance in case of embryo तो ऑबवियस है ਡੈਸੀਕੇਸ਼ਨ ਟੋਲਰੈਂਸ ਮਤਲਬ ਉਸ ਚੀਜ਼ ਨੂੰ ਟੋਲਰੇਟ ਕਰਨ ਲਈ ਕਿ ਐਂਬਰੀਓ ਨੂੰ ਉਹ ਡਿਵੈਲਪ ਕਰਦਾ ਵਾ ਤਾਂ ਕਿ ਉਹ ਇੱਕ ਨਾਰਮਲ ਸਟੇਜ ਦੇ ਵਿੱਚ ਜਾਂ ਕਿਊਸੈਂਟ ਸਟੇਜ ਦੇ ਵਿੱਚ ਪਹੁੰਚ ਜਾਵੇ ਅਗਰ ਕਿਊਸੈਂਟ ਦੇ ਵਿੱਚ ਨਹੀਂ ਜਾਂਦਾ ਹੈਗਾ ਦੈਨ ਇਟ ਵਿਲ ਫਰਦਰ ਪ੍ਰੋਸੀਡਿੰਗ ਵੈਨ ਦੇਅਰ ਇਜ਼ more higher concentration of abscisic acid it will further proceed towards a dormant stage ਜਿਹਨੂੰ ਆਪਾਂ ਡੋਰਮੈਂਸੀ ਵੀ ਕਹਿੰਦੇ ਹਾਂ ਸੀ ਡੋਰਮੈਂਸੀ ਠੀਕ ਹੈ ਸੋ ਉਸ ਦੇ ਵੱਲ ਨੂੰ ਪ੍ਰੋਸੀਡ ਕਰਦਾ ਵਾ So like next is abscisic acid that will promotes accumulation of seed storage protein during the embryogenesis so during the storage compound accumulation during mid to late embryogenesis so ਆਪਾਂ ਨੂੰ ਪਤਾ ਹੈ ਕਿ abscisic acid level ਜਿਹੜਾ high ਹੁੰਦਾ ਹੈ and abscisic acid could be affecting the translocation of sugar as well as amino acid so there is a synthesis of reserve food material during the higher accumulation of abscisic acid obvious ਹੈ ਕਿ resting stage ਆ ਜਾਂਦੀ ਹੈ resting stage ਦੇ ਵਿੱਚ ਕੀ ਹੈ ਸਾਰਾ ਜਿਹੜਾ reserve food material ਹੈ ਉਹਦੀ accumulation ਹੋਣੀ ਕਹਿ ਲਓ ਕਿ ਸ਼ੁਰੂ ਹੋ ਜਾਂਦੀ ਹੈ ਤਾਂ ਕਿ ਜਿਹੜਾ ਐਂਬਰੀਓ ਡਿਵੈਲਪ ਕਰ ਸਕੇ ਬਾਅਦ 'ਚੋਂ ਜਿੱਦਾਂ ਹੀ ਕਹਿ ਲਓ ਕਿ ਡੋਰਮੈਂਟ ਸਟੇਜ ਜਿਹੜੀ ਆ ਖਤਮ ਹੋ ਜਾਵੇ ਠੀਕ ਹੈ ਸੋ ਡੋਰਮੈਂਟ ਸਟੇਜ ਆਪਾਂ ਇਹ ਕਹਿ ਸਕਦੇ ਹਾਂ ਇੱਕ ਐਂਬਰੀਓ ਨੂੰ ਰੈਡੀ ਕਰਨਾ ਜਾਂ ਐਂਬਰੀਓ ਨੂੰ ਉਸ ਐਨਵਾਇਰਨਮੈਂਟ ਦੇ ਅਕੋਰਡਿੰਗਲੀ ਢਾਲਣਾ ਅਗਰ ਕੋਈ ਐਡਵਰਸ ਕੰਡੀਸ਼ਨਸ ਆਉਂਦੀਆਂ ਨੇ ਠੀਕ ਹੈ ਸੋ ਮੇਕ ਇਟ ਫਿਟ ਫॉर द एनवायरनमेंट नेक्स्ट इज seed dormancy may be imposed by the coat or the embryo dormancy ठीक है ਇੱਥੇ ਮੈਂ ਡੋਰਮੈਂਸੀ ਲਿਖਣਾ ਭੁੱਲ ਗਈ ਇੱਥੇ ਆਏਗਾ ਬਾਈ ਦ ਕੋਟ ਔਰ ਦੀ ਐਂਬਰੀਓ ਡੋਰਮੈਂਸੀ ਸੋ ਲਾਈਕ ਇਨ ਮੈਨੀ ਕੇਸਿਸ ਜਿਹੜੇ ਲਿਵਿੰਗ ਸੀਡਸ ਨੇਗੇ ਵਿਲ ਨਾਟ ਜਰਮੀਨੇਟ ਇਵਨ ਇਫ ਦ ਨੈਸੈਸਰੀ ਆਰ ਦ ਐਨਵਾਇਰਨਮੈਂਟ ਕੰਡੀਸ਼ਨ ਫॉर ਦ ਗਰੋਥ ਆਰ ਟੂ ਬੀ ਸੈਟਿਸਫਾਈਡ ਚਾਹੇ ਆਪਣੇ ਕੋਲ ਨੋਰਮਲ ਕੰਡੀਸ਼ਨਸ ਵੀ ਅਵੇਲੇਬਲ ਹੋਣ ਤਦ ਵੀ ਜਿਹੜੇ ਸੀਡਸ ਨੇਗੇ ਉਹ ਕਹਿ ਲਓ ਕਿ ਜਰਮੀਨੇਟ ਨਹੀਂ ਹੋ ਪਾਉਂਦੇ ਹੈਗੇ ਬਟ ਦੇ ਅੰਡਰਗੋ ਦ seed dormancy so seed dormancy will introduce a temporal delay in the germination ਸੋ ਇੱਕ ਟੈਂਪਰੇਰੀ ਵੇ ਹੈ ਜੋ ਕਿ ਜਰਮੀਨੇਸ਼ਨ ਦੇ ਪ੍ਰੋਸੈਸ ਨੂੰ ਥੋੜ੍ਹਾ ਜਿਹਾ ਡਿਲੇ ਕਰ ਦਿੰਦਾ ਵਾ ਐਂਡ ਦੈਟ ਪ੍ਰੋਵਾਈਡਸ ਅਡੀਸ਼ਨਲ ਟਾਈਮ ਫॉर ਦ ਸੀਡ ਡਿਸਪਰਸਲ ਓਵਰ ਗ੍ਰੇਟਰ ਜਿਓਗ੍ਰਾਫਿਕਲ ਡਿਸਟੈਂਸ ਇਟ ਆਲਸੋ ਮੈਕਸੀਮਾਈਜ਼ਸ ਦਾ ਸੀਡਲਿੰਗ ਸਰਵਾਈਵਲ ਸੋ ਹੁਣੀ ਤੁਹਾਨੂੰ ਕਿਹਾ ਸੀਗਾ ਕਿ ਅੰਡਰ ਅਨਫੇਵਰੇਬਲ ਕੰਡੀਸ਼ਨਸ ਦੇ ਵਿੱਚ ਉਹਨੂੰ ਰੈਡੀ ਕਰਦਾ ਵਾ ਕਿ ਉਸ ਦੇ ਅਕੋਰਡਿੰਗਲੀ ਉਹ ਸੂਟ ਕਰ ਸਕੇ ਜਾਂ ਉਸ ਦੇ ਅਕੋਰਡਿੰਗਲੀ ਉਹ ਆਪਣੇ ਆਪ ਨੂੰ ਢਾਲ ਸਕੇ ਠੀਕ ਹੈ So here we are having two types of seed dormancy. One is coat imposed and one is embryo dormancy. Coat imposed, that means obvious hai, which is imposed on the embryo by means of the seed coat and other enclosing tissues like endosperm ho gaya, pericarp ho gaya, extrafloral organs ho gaye. So that is known as a coat imposed dormancy. And embryo, so obvious hai, so embryo dormancy de vich ki hai, that is according to the intrinsic to that of the embryo internal level तक एम्ब्रियो के इंटरनल लेवल तक अगर उसके थ्रू डोरमेंसी इंट्रोड्यूस हो रही है सो दैट इज़ बेसिकली नोन एज एम्ब्रियो डोरमेंसी एंड इट इज़ नॉट ड्यू टू द एनी काइंड ऑफ इन्फ्लुएंस ऑफ सीड कोट और अदर काइंड ऑफ टिश्यूज ठीक है so clear Ajay so there are number of factors by which we can
remove this kind of dormancy by means of mechanical way or any kind of ਮਕੈਨੀਕਲ ਔਰ ਕਹਿ ਲਓ ਕਿ ਫਿਜ਼ੀਕਲ ਜੋ ਕਹਿ ਲਓ ਕਿ ਆਪਾਂ ਮੈਥਡ ਯੂਜ਼ ਕਰ ਸਕਦੇ ਹਾਂ ਇਸ ਡੋਰਮੈਂਸੀ ਨੂੰ ਓਵਰਕਮ ਕਰਨ ਲਈ, ਠੀਕ ਹੈ ਨਾ। ਸੋ ਇਹ ਤੁਸੀਂ ਪੜ੍ਹੀਆਂ ਵੀ ਹੋਈਆਂ ਨੇਗੀਆਂ ਜੂਨੀਅਰ ਕਲਾਸਿਸ ਦੇ ਵਿੱਚ ਕਿ ਕਿਹੜੇ ਕਿਹੜੇ ਮੈਥਡਸ ਬੇਸਿਕਲੀ ਆਉਂਦੇ ਆ, ਲਾਈਕ ਐਨੀ ਕਾਈਂਡ ਆਫ ਡਰਾਇੰਗ ਪ੍ਰੋਸੈਸ ਔਰ ਬਾਏ ਰਬਿੰਗ ਬਾਏ ਮੀਨਸ ਆਫ ਹੈਂਡਸ ਲਾਈਕ ਇਨ ਦਿਸ ਵੇ, ਠੀਕ ਹੈ। ਸੋ there are number of methods which can be used to overcoming this kind of dormancy process. Next is abscisic acid ਜਿਹੜਾ ਵਾ that will inhibit the precocious germination and viviparity. precocious germination ਵੇਲੇ ਕੀ ਹੈ ਕਿ ਲਾਈਕ ਜੋ ਆਪਾਂ ਕਹਿੰਦੇ ਕਿ ਅਨਐਕਸਪੈਕਟਡ ਜਰਮੀਨੇਸ਼ਨ ਜਿਹੜੀ ਆ ਉਸਨੂੰ ਕਹਿ ਲਓ ਕਿ ਰੋਕਣ ਦੇ ਵਿੱਚ ਹੈਲਪ ਕਰਦਾ ਵਾ ਐਬਸਿਸਿਕ ਐਸਿਡ ਜਿਹੜਾ। ਲਾਈਕ ਜਿਵੇਂ ਆਪਾਂ ਸਪੋਜ਼ ਕਰ ਲਈਏ ਕਿ ਜਿਹੜੇ ਇਮੈਚਿਓਰ ਐਮਬਰੀਓਜ਼ ਨੇਗੇ ਉਹਨਾਂ ਨੂੰ ਆਪਾਂ ਰਿਮੂਵ ਕਰ ਲਈਏ ਸੀਡਸ ਤੋਂ, ਠੀਕ ਹੈ, ਅਤੇ ਉਹਨੂੰ ਆਪਾਂ ਇੱਕ ਕਲਚਰ ਦੇ ਵਿੱਚ ਪਲੇਸ ਕਰ ਦਈਏ, ਕਲੀਅਰ। ਐਂਡ ਉਹ ਜਦੋਂ ਆਪਾਂ ਕਲਚਰ ਦੇ ਵਿੱਚ ਉਹਨੂੰ ਪਲੇਸ ਕੀਤਾ, ਦੈਟ ਵਿਲ ਬੀ ਦਾ ਟਾਈਮ ਬਿਫੋਰ ਦਾ ਔਨਸੈਟ ਆਫ ਡੋਰਮੈਂਸੀ। ਡੋਰਮੈਂਸੀ ਤੋਂ ਪਹਿਲੇ ਵਾਲਾ ਜਿਹੜਾ ਉਹਦਾ ਪੁਆਇੰਟ ਹੋਏਗਾ ਜਾਂ ਫੇਜ਼ ਹੋਏਗਾ, ਉਹ ਤੋਂ ਪਹਿਲਾਂ ਆਪਾਂ ਇਮੈਚਿਓਰ ਐਮਬਰੀਓ ਸੀਡਸ ਤੋਂ ਰਿਮੂਵ ਕਰ ਲਾਂਗੇ, ਠੀਕ ਹੈ। ਐਂਡ ਦੇ ਵਿਲ ਗੈਟ ਟੂ ਬੀ ਜਰਮੀਨੇਟ ਪ੍ਰੀਕੋਸ਼ੀਅਸਲੀ, ਸੋ ਦੈਟ ਇਜ਼ ਵਿਦਾਊਟ ਪਾਸਿੰਗ ਥਰੂ ਦਾ ਨੋਰਮਲ ਕੁਇਸੈਂਟ ਔਰ ਦੀ ਡੋਰਮੈਂਟ ਸਟੇਜ ਆਫ ਡਿਵੈਲਪਮੈਂਟ, ਠੀਕ ਹੈ। ਸੋ ਇਸ ਦੇ ਵਿੱਚ ਕੀ ਹੈ ਕਿ ਨੋਰਮਲ ਜਿਵੇਂ ਹੁਣ ਕੀ ਹੋ ਗਿਆ ਕਿ ਆਪਾਂ ਇਮੈਚਿਓਰ ਜਿਹੜੇ ਐਮਬਰੀਓ ਕੱਢੇ ਸੀਗੇ, ਰਿਮੂਵ ਕੀਤੇ ਸੀ, ਠੀਕ ਹੈ, ਕਲਚਰ ਮੀਡੀਅਮ ਦੇ ਵਿੱਚ ਪਾਉਣ ਤੋਂ ਬਾਅਦ ਕੀ ਹੈ ਬਿਫੋਰ ਦੈਟ ਆਫ ਦਾ ਡੋਰਮੈਂਸੀ ਟਾਈਮ ਪੀਰੀਅਡ, ਸੋ ਓਬਵੀਅਸ ਉਹਦੇ ਵਿੱਚ ਜਰਮੀਨੇਸ਼ਨ ਜਿਹੜੀ ਸੀ ਉਹ ਦੇਖੀ ਗਈ ਅਤੇ ਉਸ ਜਰਮੀਨੇਸ਼ਨ ਨੂੰ ਇਨਹਿਬਿਟ ਕਰਨ ਲਈ ਕੀ ਕੀਤਾ ਗਿਆ, ਐਕਸੋਜੀਨਸ ਐਬਸਿਸਿਕ ਐਸਿਡ ਜਿਹੜਾ ਸੀਗਾ ਉਹ ਅਪਲਾਈ ਕੀਤਾ ਗਿਆ। ਸੋ ਐਬਸਿਸਿਕ ਐਸਿਡ ਜਿਹੜਾ ਵਾ ਦੈਟ ਵਿਲ ਇਨਹਿਬਿਟ the precocious type of germination, and how we can demonstrate that kind of inhibition, that we can be determined by studying the genetic study of viviparity. ਸੋ ਵਿਵੀਪੇਰੀ ਨੂੰ ਆਪਾਂ ਸਟੱਡੀ ਕਰਕੇ ਇਸ ਇਫੈਕਟ ਨੂੰ ਆਪਾਂ ਦੇਖ ਸਕਦੇ ਹਾਂ। ਸੋ obviously I have written here also abscisic acid when it get added to the culture medium, so that will inhibit the precocious germination, and this will result in combination with the fact of the level of endogenous abscisic acid is high during the mid to late seed development, suggests that the abscisic acid is the natural constraint that keeps developing embryos in the embryogenic state. ਸੋ ਐਮਬਰੀਓਜ਼ ਨੂੰ ਇੱਕ ਐਮਬਰੀਓਜੈਨਿਕ ਸਟੇਟ ਦੇ ਵਿੱਚ ਹੀ ਡਿਵੈਲਪ ਹੋਣ ਲਈ ਇਹ ਕਹਿ ਲਓ ਕਿ ਰੈਗੂਲੇਟ ਔਨ ਕਰਦਾ ਵਾ। ਸੋ ਇਹ ਐਕਸਪੈਰੀਮੈਂਟ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਵਾ ਜੇ ਐਬਸਿਸਿਕ ਐਸਿਡ ਇਸ ਚੀਜ਼ ਨੂੰ ਇਨਹਿਬਿਟ ਔਨ ਵੀ ਕਰ ਰਿਹਾ ਵਾ, ਸੋ ਇਟ ਇਜ਼ ਬੇਸਿਕਲੀ ਪ੍ਰਮੋਟਿੰਗ ਦਾ ਡਿਵੈਲਪਮੈਂਟ ਆਫ ਦਾ ਐਮਬਰੀਓ ਇਨ ਦੇਅਰ ਐਮਬਰੀਓਜੈਨਿਕ ਸਟੇਟ, ਸੋ ਤਾਂ ਕਿ ਐਬਡੋਮਨਲ ਡਿਵੈਲਪਮੈਂਟ ਜਿਹੜੀ ਉਹ ਟੇਕ ਪਲੇਸ ਨਾ ਹੋਵੇ। ਹੁਣ ਆਪਣੇ ਕੋਲ ਕੀ ਹੈ, ਹੁਣ ਵਿਵੀਪੇਰੀ ਦੇ ਥਰੂ, ਵਿਵੀਪੇਰੀ ਦੀ ਜਿਹੜੀ ਜੈਨੇਟਿਕ ਸਟੱਡੀ ਹੈ ਉਹਦੇ ਥਰੂ ਆਪਾਂ ਕਹਿ ਲਓ ਕਿ ਇਸ ਪ੍ਰੋਸੈਸ ਨੂੰ ਦੇਖ ਸਕਦੇ ਹਾਂ ਜਾਂ ਸਮਝ ਸਕਦੇ ਹਾਂ। ਵਿਵੀਪੇਰੀ ਕੀ ਹੁੰਦਾ ਵਾ, ਜਿਸ ਦੇ ਵਿੱਚ ਕੀ ਹੈ ਕਿ ਸੀਡਸ ਔਰ ਐਮਬਰੀਓ ਜਿਹੜੇ ਨੇ ਦੈਟ ਬਿਗਨ ਟੂ ਡਿਵੈਲਪ ਬਿਫੋਰ ਦੇ ਡੀ ਅਟੈਚ ਫਰੋਮ ਦੇ ਪਲਾਂਟਸ। ਜਦੋਂ ਤੱਕ ਕਿ ਪਲਾਂਟ ਬਾਡੀ ਜਿਹੜੀ ਉਹਦੀ ਮੇਨ ਮਦਰ ਪਲਾਂਟ ਬਾਡੀ ਹੈ ਉਹ ਤੋਂ ਡੀ ਅਟੈਚ ਹੋਏ ਬਿਨਾਂ ਹੀ ਉਹਦੇ ਨਾਲ ਅਟੈਚ ਹੁੰਦੇ ਹੋਏ ਉਹ ਪ੍ਰੋਪਰਲੀ ਡਿਵੈਲਪ ਕਰ ਜਾਣ, ਸੋ ਉਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਵਿਵੀਪੇਰੀ, ਕਲੀਅਰ। ਸੋ ਵੀ ਕੈਨ ਡਿਮੋਨਸਟਰੇਟ ਇਨ ਕੇਸ ਆਫ ਮੇਜ਼ ਪਲਾਂਟ। ਸੋ ਮੇਜ਼ ਦੇ ਵਿੱਚ ਇਹ ਦੇਖਿਆ ਗਿਆ ਜਾਂ ਮੇਜ਼ ਦੇ ਵਿੱਚ ਇਹਨਾਂ ਨੇ ਐਕਸਪੈਰੀਮੈਂਟ ਕੰਡਕਟ ਕੀਤਾ ਗਿਆ, ਵੈਸੇ ਅਰਾਬੀਡੋਪਸਿਸ ਦੇ ਵਿੱਚ ਵੀ ਕੀਤਾ ਗਿਆ ਸੀਗਾ, ਬਟ ਅਰਾਬੀਡੋਪਸਿਸ ਦੇ ਵਿੱਚ ਦੇਅਰ ਇਜ਼ ਅ ਫੇਲਿੰਗ ਪ੍ਰੋਜੈਕਟ, ਸੋ ਉਸ ਦੇ ਵਿੱਚ ਵਿਵੀਪੇਰੀ ਘੱਟ ਦੇਖੀ ਗਈ ਹੈ, ਬਟ ਮੇਜ਼ ਦੇ ਵਿੱਚ ਇਹ ਚੀਜ਼ਾਂ ਦੇ ਜਿਹੜੀਆਂ ਸੀਗੀਆਂ ਉਹ ਡਿਮੋਨਸਟਰੇਟ ਕੀਤੀ ਗਈਆਂ। ਸੋ ਮੇਜ਼ ਦੇ ਵਿੱਚ ਕੀ ਸੀ, ਦੇਅਰ ਇਜ਼ ਸੈਵਰਲ ਵਿਵੀਪੇਰਸ ਮਿਊਟੈਂਟਸ ਜਿਹੜੇ ਸੀਗੇ ਸਿਲੈਕਟ ਕੀਤੇ ਗਏ, ਇਨ ਵਿਚ ਦਾ ਐਮਬਰੀਓ ਜਰਮੀਨੇਟ ਡਾਇਰੈਕਟਲੀ ਔਨ ਦਾ ਕੌਬ ਦੇ ਉੱਤੇ ਹੀ ਕਹਿ ਲਓ ਕਿ ਐਮਬਰੀਓ ਜਿਹੜਾ ਸੀ ਉਹ ਜਰਮੀਨੇਟ ਹੋ ਰਿਹਾ ਸੀਗਾ, ਵਾਈਲ ਇਟ ਸਟਿਲ ਗੈਟ ਅਟੈਚ ਟੂਵਰਡਸ ਅ ਪਲਾਂਟ। So there are several mutants which are the abscisic acid deficient. One is VP2, VP5, VP7 and VP14. ठीक है, so these are the basically abscisic acid deficient, and one is abscisic acid insensitive, VP1, ठीक है। बट ਜਿਹੜਾ abscisic acid deficient ਸੀਗੇ, abscisic acid deficient VP2, VP5, 7 as well as 14, ਹੁਣ obvious ਹੈ ਇਹਦੇ ਵਿੱਚ ਕੀ ਹੈ, abscisic acid ਦੀ ਡੈਫੀਸ਼ੀਐਂਸੀ ਹੈ, ਕਲੀਅਰ। ਹੁਣ ਐਬਸਿਸਿਕ ਐਸਿਡ ਕੀ ਸੀਗਾ, ਦੈਟ ਇਜ਼ ਇਨਹਿਬਿਟਿੰਗ ਦਾ ਪ੍ਰੀਕੋਸ਼ੀਅਸ ਟਾਈਪ ਆਫ ਜਰਮੀਨੇਸ਼ਨ ਐਜ਼ ਵੈਲ ਐਜ਼ ਵਿਵੀਪੇਰੀ। ਸੋ ਜਦੋਂ ਆਪਣੇ ਕੋਲ ਆ ਡੈਫੀਸ਼ੈਂਟ ਵਾਲੇ ਜਿਹੜੇ ਮਿਊਟੈਂਟ ਨੇਗੇ ਉਹਨਾਂ ਨੇ ਜਦੋਂ ਨੋਰਮਲੀ ਗਰੋ ਕਰਵਾਇਆ ਗਿਆ ਤਾਂ ਉਹਨਾਂ ਦੇ ਵਿੱਚ ਵਿਵੀਪੇਰੀ ਜਿਹੜੀ ਸੀ ਉਹ ਓਬਜ਼ਰਵ ਕੀਤੀ ਗਈ, ਠੀਕ ਹੈ।
ਤਾਂ ਵੀਵੀ ਪੇਰੀ ਉਹ ਨਜ਼ਰ ਆ ਰਹੀ ਸੀਗੀ ਉਹਨਾਂ ਦੇ ਵਿੱਚ ਕਿ ਜਿਹੜੇ ਸੀਡ ਸੀਗੇ ਉਹ ਜਰਮੀਨੇਟ ਹੋ ਰਹੇ ਸੀਗੇ ਆਪਣੇ ਮੇਨ ਮਦਰ ਪਲਾਂਟ ਬੋਡੀ ਦੇ ਨਾਲ ਅਟੈਚਡ ਹੁੰਦੇ ਹੋਏ। ਸੋ ਇਸ ਚੀਜ਼ ਨੂੰ ਰੋਕਣ ਲਈ ਕੀ ਕੀਤਾ ਗਿਆ ਕਿ ਐਬਸਿਸਿਕ ਐਸਿਡ ਨੂੰ ਐਗਜ਼ੋਜੀਨਸਲੀ ਅਪਲਾਈ ਕੀਤਾ ਗਿਆ। ਸੋ viviparine the abscisic acid deficient mutant can be partially prevented by the treatment with that of the exogenous abscisic acid। ਠੀਕ ਹੈ, ਸੋ exogenous abscisic acid ਦੇ ਥਰੂ ਕਹਿ ਲਓ ਕਿ ਇਨਹਿਬਿਸ਼ਨ ਕਰਵਾਈ ਗਈ ਐਂਡ obvious ਹੈ। ਤਾਂ ਇਹ ਤੋਂ ਇਹ ਪਤਾ ਲੱਗਿਆ ਕਿ ਐਬਸਿਸਿਕ ਐਸਿਡ ਦੀ ਪ੍ਰੈਜ਼ੈਂਸ ਦੇ ਨਾਲ ਵਿਵੀਪੇਰੀ ਔਰ ਪ੍ਰੀਕੋਸ਼ੀਅਸ ਟਾਈਪ ਆਫ ਜਰਮੀਨੇਸ਼ਨ ਜਿਹੜੀ ਆ ਉਹ ਇਨਹਿਬਿਟ ਆਨ ਹੁੰਦੀ ਹੈ। ਠੀਕ ਹੈ, ਐਂਡ ਆਲਸੋ ਵਿਵੀਪੇਰੀ ਜਿਹੜੀ ਹੈ ਵਿਵੀਪੇਰੀ ਨੂੰ ਰੈਗੂਲੇਟ ਬੇਸਿਕਲੀ ਕੌਣ ਕਰਦਾ, ਦੈਟ ਇਜ਼ ਬੇਸਿਕਲੀ ਦ ਸਿੰਥੇਸਿਸ ਆਫ ਦ ਜਿਬਰਾਲਿਕ ਐਸਿਡ ਦੈਟ ਇਜ਼ ਇਨ ਦ अर्ਲੀ ਇਨ ਐਮਬ੍ਰੀਓਜੈਨੇਸਿਸ ਦੈਟ ਵਿਲ ਐਕਟ ਐਜ਼ ਅ ਪੋਜ਼ਿਟਿਵ ਸਿਗਨਲ। ਸੋ ਅਗਰ double mutant ਆਪਣੇ ਕੋਲ exist ਕਰਦੇ which are deficient in both gibberellic acid as well as abscisic acid, they do not exhibit the viviparine। ਸੋ ਜਿਬਰਾਲਿਕ ਐਸਿਡ ਜਿਹੜਾ ਅਗਰ ਸਪੋਜ਼ ਆਪਾਂ ਮਿਊਟੈਂਟ ਲੈ ਲਏ ਜਿਹਦੇ ਵਿੱਚ ਆਹ ਦੋਨੋਂ ਤਰੀਕੇ ਦੀ ਡੈਫੀਸ਼ੀਐਂਸੀ ਹੋਵੇ, ਮੀਨਸ ਜਿਬਰਾਲਿਕ ਐਸਿਡ ਦੀ ਵੀ ਅਤੇ ਐਬਸਿਸਿਕ ਐਸਿਡ ਦੀ, ਓਬਵੀਅਸ ਹੈ ਦੋਨਾਂ ਦੇ ਕਰਕੇ ਕਹਿ ਲਓ ਕਿ ਵਿਵੀਪੇਰੀ ਐਗਜ਼ਿਸਟ ਹੀ ਨਹੀਂ ਕਰੇਗੀ। ਪਹਿਲੀ ਚੀਜ਼ ਤਾਂ ਇਹ ਐਬਸਿਸਿਕ ਐਸਿਡ ਜਿਹੜੀ ਹੈ ਉਹ ਇਨਹਿਬਿਸ਼ਨ ਕਰ ਹੀ ਰਹੀ ਹੈ, ਬਟ ਹੁਣ ਦੂਸਰਾ ਫੈਕਟਰ ਕੀ ਹੋਰ ਨਾਲ ਐਡ ਔਨ ਹੋ ਗਿਆ, ਜਿਬਰਾਲਿਕ ਐਸਿਡ। ਜਿਬਰਾਲਿਕ ਐਸਿਡ ਤਾਂ ਪ੍ਰਮੋਟ ਕਰ ਰਿਹਾ ਸੀਗਾ, ਸੋ ਜਿਬਰਾਲਿਕ ਐਸਿਡ ਦੀ ਡੈਫੀਸ਼ੀਐਂਸੀ ਦੇ ਕਰਕੇ ਵੀ ਵਿਵੀਪੇਰੀ ਜਿਹੜੀ ਆ ਉਹ ਐਗਜ਼ਿਸਟ ਨਹੀਂ ਕਰੇਗੀ। ਕਲੀਅਰ? So there are another physiological roles which is basically regulated by the abscisic acid, like it accumulates in case of dormant bud just like that of the seed dormancy, ਜਿਵੇਂ seeds ਦੇ ਵਿੱਚ accumulate ਕਰ ਦੇਣਗੇ just like here in case of birds they also get accumulated and they will lead to the bud dormancy। ਠੀਕ ਹੈ, and also abscisic acid inhibits the gibberellic acid induced enzyme production। ਜਿਹੜੇ obvious ਹੈ gibberellic acid ਆਪਾਂ ਪੜ੍ਹਿਆ ਸੀਗਾ ਜਦੋਂ ਆਪਾਂ ਸਿਗਨਲ ਟ੍ਰਾਂਸਡਕਸ਼ਨ ਵੀ ਕੀਤੀ ਹੈ। ਇਹਦਾ ਮੇਨ ਜਿਹੜਾ ਫਿਜ਼ੀਓਲੋਜੀਕਲ ਰੋਲ ਸੀਗਾ ਦੈਟ ਇਜ਼ ਪ੍ਰਮੋਟਿੰਗ ਦਾ ਸੀਡ ਜਰਮੀਨੇਸ਼ਨ। ਠੀਕ ਹੈ ਨਾ, ਬਾਏ ਦ ਪ੍ਰੋਡਕਸ਼ਨ ਆਫ ਅਲਫਾ ਮਾਈਲੇਜ਼ਸ। ਠੀਕ ਹੈ, ਸੋ ਹਾਈਡਰੋਲਿਟਿਕ ਐਨਜ਼ਾਈਮਸ ਦੀ ਪ੍ਰੋਡਕਸ਼ਨ ਕਰਦਾ ਸੀ ਐਜ਼ ਵੈਲ ਐਜ਼ ਅਲਫਾ ਮਾਈਲੇਜ਼ਸ ਦੀ, ਜਿਹਦੇ ਨਾਲ ਕਹਿ ਲਓ ਕਿ ਜਿਹੜੇ ਸ਼ੂਗਰ ਸੀਗਾ, ਸ਼ੂਗਰ ਮੋਲੀਕਿਊਲ ਜਿਹੜੇ ਸੀਗੇ ਫਰਦਰ ਬ੍ਰੇਕ ਡਾਊਨ ਹੋ ਰਹੇ ਸੀ ਇਨਟੂ ਦ ਸਿੰਪਲੈਸਟ ਗਲੂਕੋਸ ਮੋਲੀਕਿਊਲ। ਠੀਕ ਹੈ, ਅਤੇ ਇਹ ਐਬਸਿਸਿਕ ਐਸਿਡ ਕੀ ਕਰਦਾ ਵਾ, ਜਿਬਰੈਲਿਕ ਐਸਿਡ ਦੀ ਪ੍ਰੋਡਕਸ਼ਨ ਨੂੰ ਹੀ ਇਨਹਿਬਿਟ ਔਨ ਕਰ ਦਿੰਦਾ, ਜਿਹਦੇ ਕਰਕੇ ਸੀਡ ਜਰਮੀਨੇਟ ਨਹੀਂ ਹੋ ਪਾਉਂਦਾ ਹੈਗਾ। ਸੋ ਦੈਟਸ ਵਾਈ ਦੇ ਅੰਡਰਗੋ ਦ ਸੀਡ ਡੋਰਮੈਂਸੀ। ਠੀਕ ਹੈ, ਐਂਡ ਆਹ ਵਾਲਾ ਤਾਂ ਆਪਾਂ ਪਹਿਲਾਂ ਹੀ ਗੱਲ ਕਰਕੇ ਚੁੱਕੇ ਹਾਂ। ਐਬਸਿਸਿਕ ਐਸਿਡ ਜਿਹੜਾ ਵਾ ਦੈਟ ਕਲੋਜ਼ਿਸ ਦ ਸਟੋਮੈਟਾ ਇਨ ਰਿਸਪੌਂਸ ਟੂ ਦ ਵਾਟਰ ਸਟ੍ਰੈਸ। ਠੀਕ ਹੈ, ਸੋ ਇਹ ਜਿਹੜਾ ਵਾ ਆਹ ਚੀਜ਼ ਵੀ ਆਪਾਂ ਗੱਲ ਕਰਾਂਗੇ ਡਿਊਰਿੰਗ ਦ ਟਾਈਮ ਆਫ ਮੇਨ ਸਿਗਨਲ ਟ੍ਰਾਂਸਡਕਸ਼ਨਿੰਗ ਮੈਕੈਨਿਜ਼ਮ, ਕਿ ਕਿਸ ਤਰੀਕੇ ਨਾਲ ਕਹਿ ਲਓ ਕਿ ਇਹਦੀ ਕਲੋਜ਼ਿੰਗ ਜਿਹੜੀ ਉਹ ਟੇਕ ਪਲੇਸ ਹੁੰਦੀ ਹੈ। ਮੇਜਰ ਜਿਹੜਾ ਇਹਦਾ ਮੈਕੈਨਿਜ਼ਮ ਸੀ ਆਪਾਂ ਪਹਿਲਾਂ ਕਰਕੇ ਚੁੱਕੇ ਹਾਂ ਟ੍ਰਾਂਸਪੀਰੇਸ਼ਨ ਵੇਲੇ, ਬਟ ਜਿਹੜਾ ਮੇਨ ਸਿਗਨਲ ਟ੍ਰਾਂਸਡਕਸ਼ਨਿੰਗ ਮੈਕੈਨਿਜ਼ਮ ਹੈ ਕਿ ਹੋਰ ਕੀ ਫੈਕਟਰਸ ਇਨਵੋਲਵ ਨੇਗੇ ਉਹ ਆਪਾਂ ਹੁਣ ਕਹਿ ਲਓ ਕਿ ਸਿਗਨਲ ਟ੍ਰਾਂਸਡਕਸ਼ਨ ਦੇ ਵਿੱਚ ਕਰਾਂਗੇ। ਠੀਕ ਹੈ, ਐਂਡ ਹੇਅਰ ਆਲਸੋ abscisic acid that promotes a leaf senescence independently that of the ethylene। ਜਿਵੇਂ ਆਪਾਂ ਪੜ੍ਹਿਆ ਸੀਗਾ ਕਿ ਇਥਾਈਲਿਨ ਹਾਰਮੋਨ ਹੈ, they are promoting the abscission zone of abscission just like that of the abscisic acid, but ਜਿੰਨੀ ਦੇਰ ਤੱਕ ਇਥਾਈਲਿਨ ਦੀ ਪ੍ਰੋਡਕਸ਼ਨ ਨਹੀਂ ਹੁੰਦੀ ਹੈਗੀ ਉਨੀ ਦੇਰ ਤੱਕ ਜ਼ੋਨ ਆਫ abscission ਜਿਹੜਾ ਵਾ ਉਹ ਪ੍ਰੋਡਿਊਸ ਨਹੀਂ ਹੁੰਦਾ ਹੈਗਾ। ਸੋ ਦੈਟ ਮੀਨਸ ਬੋਥ ਇਥਾਈਲਿਨ ਐਜ਼ ਵੈਲ ਐਜ਼ abscisic acid, ਬਿਕੋਜ਼ ਇਥਾਈਲਿਨ ਦੇ ਨਾਲ ਨਾਲ ਇਟ ਵਿਲ ਅਲਾਉ ਦ ਪ੍ਰੋਡਕਸ਼ਨ ਆਫ ਦ abscisic acid to promote the zone of abscission। ਸੋ ਜਿੱਦਾਂ ਹੀ ਐਬਸਿਸ਼ਨ ਵਾਲੇ ਪੁਆਇੰਟ ਦੇ ਉੱਤੇ ਪਹੁੰਚ ਦੇਣਗੇ ਦੇ ਫਰਦਰ ਲੀਡ ਟੂਵਰਡਸ ਅ ਸੈਨੀਸੈਂਸ ਇੰਡੀਪੈਂਡੈਂਟ ਦੈਟ ਆਫ ਦ ਇਥਾਈਲਿਨ, ਕਿ ਇਥਾਈਲਿਨ ਚਾਹੇ ਪ੍ਰੋਡਿਊਸ ਹੋਵੇ ਚਾਹੇ ਨਾ ਹੋਵੇ, ਬਟ ਦੇ ਫਰਦਰ ਪ੍ਰੋਸੀਡਿੰਗ ਟੂਵਰਡਸ ਅ ਸੈਨੀਸੈਂਸ ਪ੍ਰੋਸੈਸ। ਠੀਕ ਹੈ, ਸੋ these are the major physiological functions or the physiological roles of the abscisic acid hormone। Clear?